ਤੂੰ मेरो मेर पर्वत स्वामी, ओट गही मैं तेरी, ना तुम डोलो ना हम गिरते, रख लीनी हर मेरी, गुरपूरा मेरी राख लई, अमृत नाम हृदय में दीनो, जन्म जन्म की मैल गई। परम सन्मान योग जुगो जुग अटल चवर सदर तख्त दे मालक साहिब सतगुरु श्री गुरु ग्रंथ साहिब जी महाराज जियां दे पावन चरनां विच सुभाईमान होए बैठे गुरमुख प्यारे सत संगी जनो, आओ गुरु बख्शी फतेह प्रवान करो। सारे आखो जी वाहिगुरू जी का खालसा वाहिगुरू जी की फतेह। लड़ीवार कलगीधर पिता साहब गुरु गोबिंद सिंह जी महाराज जी दे इतिहास दीआं विचारां गुरु साहब जी की कृपा दे नाल आप जी दे सहयोग दे नाल आपां साझीआं कर रहे। परसों रोज तक गुरु तेग बहादुर साहब जी की शहादत, उस तो बाद 9 साल की उम्र दे विच सतगुरु साहब श्री गुरु गोबिंद सिंह जी महाराज गुरता गद्दी ते विराजमान होए। बाबा बुढ़ा जी की अंश वंश दे विचों बाबा राम कौर जी ने सतगुरु नूं गुरता गद्दी की जो उस वेले रस्म होंदी सी अरदास बेनती की। पापी बिरती वाले लोगों ने सोचा कि 9 साल का बच्चा कौम का की भविख सवार सकता है, पर उन्होंने ये नहीं पता कि जिहड़ी इहदे अंदर जोत विराजमान है ਇਹਦੀ उम्र बहुत लंबी है। गुरु नानक साहब जी आप नारायण कला धार जग में परवर। उस तो उपरंत गुरु साहब जी ने शांतमई ढंग दे नाल अपना प्रचार मिशन जिहड़ा सी आरंभ कर दिता। गुरु साहब की एक सोच सी कि आनंदपुर साहब की धरती ते भावें कोई बाल है, बिरध है, जवान है, अनपढ़ नहीं रहना चाहिए। दुनिया दे विच गुरु प्यारे 3 बंदे हुंदे आ जिहड़े हमेशा सोचते आ कि दुनिया किते पढ़ ना जाए। एक तो वो लोग होंदे आ आगू लोग, एक ठग, एक पापी बिरती वाले कि दुनिया किते पढ़ गई तो साडा सारा काम बंद हो जाए। अज भी तुसी देखो सरकारां होर तां बहुत कुछ करदियां हन, खास करके साडे हिंदुस्तान की सरकार जो पढ़ाई वाल ध्यान नहीं है कि जदों लोग पढ़ गए, जदों लोग पढ़ लिख गए ये साडा तां काम ही बंद हो जाए। बाणी कहती सतगुरु महाराज कहते लोग जीवन दे विच परमात्मा अकाल पुरख तो भी दूर हन, पर सतगुरु चाहते हैं कि मेरा सिख अनपढ़ न रहे। बाल सी भावें जवान सी भावें बिरध सी। हुण जिथे सतगुरु जी ने महान रहमत की, महान बख्शिश की,
ਉੱਥੇ ਨਾਲ ਆਪਣੇ ਸਿੱਖ ਨੂੰ ਬਹੁਤ ਮਾਣ ਦਿੱਤਾ ਹੈ। ਜੇ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਆ ਨਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰ ਉਹ ਜੀਵਨ ਦੇ ਵਿੱਚ ਸੱਚ ਕਰਕੇ ਦਿਖਾ ਦਿੱਤਾ, ਸੱਚ ਕਰਕੇ ਦਿਖਾਇਆ। ਸਤਿਗੁਰੂ ਜੀ ਜਾ ਰਹੇ ਆ, ਦਾਦੂ ਪੀਰ ਦੀ ਸਮਾਧ ਦੇ ਉੱਪਰ ਤੀਰ ਦੀ ਨੋਕ ਦੇ ਨਾਲ ਸਿਜਦਾ ਕਰ ਦਿੱਤਾ। ਸਿੱਖਾਂ ਨੇ ਨੋਟ ਕਰ ਲਿਆ। ਗੁਰੂ ਸਾਹਿਬ ਮਹਾਰਾਜ ਸਾਨੂੰ ਤਾਂ ਕਹਿੰਦੇ ਹੋ, ਜਾਗਤ ਜੋਤ ਜਪੈ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾਨ। ਪਰ ਤੁਸੀਂ ਅੱਜ ਕਬਰ ਨੂੰ ਸਿਜਦਾ ਕੀਤਾ ਹੈ। ਫਿਰ ਇੱਕ ਘਟਨਾ ਹੋਰ ਵਾਪਰੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਸ ਵੇਲੇ ਪੰਜਾਬ ਭੇਜਣਾ ਸੀ, ਸਤਿਗੁਰ ਨੇ ਸ਼ਸਤਰ ਦਿੱਤੇ, ਉਹ ਖੰਡਾ ਦੇ ਦਿੱਤਾ ਜਿਹਦੇ ਨਾਲ ਪਹਿਲੀ ਵਾਰੀ ਅੰਮ੍ਰਿਤ ਤਿਆਰ ਕੀਤਾ ਸੀ। ਸਿੱਖਾਂ ਨੇ ਆਖਿਆ, ਗੁਰੂ ਮਹਾਰਾਜ ਇਹ ਖੰਡਾ ਕੌਮ ਦੀ ਅਮਾਨਤ ਹੈ। ਹੁਣ ਇਹਦੇ ਪਿੱਛੇ ਇਹ ਨਹੀਂ ਕਿ ਸਿੱਖ ਸਤਿਗੁਰੂ ਜੀ ਦੀ ਬੇਅਦਬੀ ਕਰਦੇ ਸਨ। ਸਤਿਗੁਰੂ ਚਾਹੁੰਦੇ ਸਨ ਕਿ ਮੇਰਾ ਸਿੱਖ ਇੰਨਾ ਦ੍ਰਿੜ ਹੋ ਜਾਏ, ਇੰਨਾ ਉਹਦੇ ਅੰਦਰ ਪੱਕਾ ਵਿਸ਼ਵਾਸ ਬਣ ਜਾਏ, ਜੇ ਇਸ ਦਾ ਬਾਪ ਵੀ ਗਲਤੀ ਕਰੇ, ਸਿਧਾਂਤਾਂ ਤੋਂ ਉਲਟ ਜਾਵੇ, ਸਿੱਖੀ ਦੇ ਸਿਧਾਂਤਾਂ ਤੋਂ ਇਹ ਬੋਲ ਸਕੇ। ਆਪਾਂ ਦੋਨੇ ਚੀਜ਼ਾਂ ਪੜ੍ਹਦੇ ਹਾਂ ਨਾ ਬਾਣੀ ਦੇ ਵਿੱਚ, ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਵਿਸਰੋ ਤੁਮ ਹਰ ਹਰ ਸਦਾ ਭਜੋ ਜਗਦੀਸ਼। ਪਰ ਜਿੱਦਣ ਮਾਂ ਬਾਪ ਨੇ ਧਰਮ ਤੋਂ ਦੂਰ ਕਰਨਾ ਚਾਹਿਆ, ਤੇ ਬਾਣੀ ਇਹ ਵੀ ਕਹਿੰਦੀ ਹੈ, ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪੜੇ ਤੋਂ ਹਰ ਗੁਣ ਦਾ। ਭਾਵੇਂ ਗੁਰੂ ਕਿਉਂ ਨਾ ਹੋਵੇ, ਇੰਨੀ ਸਿੱਖ ਦੇ ਅੰਦਰ ਜੁਰਤ ਪਾ ਦਿੱਤੀ, ਗੁਰੂ ਕਿਉਂ ਨਾ ਹੋਵੇ ਉਹਨੂੰ ਵੀ ਤੂੰ ਕਹਿ ਸਕਦਾ ਹੈ। ਸਤਿਗੁਰੂ ਜੀ ਇਹ ਖੰਡਾ ਕੌਮ ਦੀ ਅਮਾਨਤ ਹੈ। ਬੰਦਾ ਸਿੰਘ ਬਹਾਦਰ ਕੋਲ ਸਿੱਖ ਚਲੇ ਗਏ, ਖੰਡਾ ਵਾਪਸ ਕਰ ਦੇ। ਉਹ ਕਹਿੰਦਾ ਕਿ ਗੁਰੂ ਸਾਹਿਬ ਨੇ ਦਿੱਤਾ। ਕਹਿੰਦਾ ਗੁਰੂ ਸਾਹਿਬ ਨਾਲ ਅਸੀਂ ਗੱਲ ਕਰ ਲਾਂ। ਗੁਰੂ ਸਾਹਿਬ ਜੀ ਨੇ ਕਿਹਾ, ਬੰਦਾ ਸਿੰਘ ਬਹਾਦਰ ਇਹ ਖੰਡਾ ਦੇ ਦੇ, ਮੈਂ ਤੈਨੂੰ ਤੀਰ ਦਿੰਦਾ। ਇਹ ਕੌਮ ਦੀ ਪੰਥ ਦੀ ਅਮਾਨਤ ਹੈ। ਜੇ ਕਿਹਾ ਨਾ ਗੁਰੂ ਸਾਹਿਬ ਨੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ। ਉਹਨੂੰ ਕਰਕੇ ਦਿਖਾਇਆ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਆਪਣਾ ਸਭ ਕੁਝ ਖਾਲਸੇ ਨੂੰ ਦੇ ਦਿੱਤਾ। ਉਸ ਤੋਂ ਬਾਅਦ ਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਦੂਰ ਦੜੇਡੇ ਤੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਰਾਜਾ ਰਤਨ ਰਾਏ ਅਸਾਮ ਦਾ ਰਾਜਾ ਸੀ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ। ਅੰਦਰ ਇੱਕ ਵਿਸ਼ਵਾਸ ਸੀ ਗੁਰੂ ਸਾਹਿਬ ਦੇ ਚਰਨਾਂ ਵਿੱਚ। ਰਾਜਾ ਰਤਨ ਰਾਏ ਰਾਜਾ ਰਾਮ ਰਾਏ ਦਾ ਪੁੱਤਰ ਸੀ। ਰਾਜਾ ਰਾਮ ਰਾਏ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੋਂ ਪ੍ਰਾਰਥਨਾ ਕਰਕੇ ਇਹ ਪੁੱਤਰ ਦੀ ਔਲਾਦ ਮੰਗੀ ਸੀ, ਪੁੱਤਰ ਦੀ ਦਾਤ ਮੰਗੀ ਸੀ। ਅੱਜ ਜਿਸ ਵੇਲੇ ਰਾਜਾ ਰਤਨ ਰਾਏ ਆਪਣੀ ਰਾਜ ਭਾਗ ਨੂੰ ਸੰਭਾਲਦਾ ਹੈ, ਆਪਣੀ ਮਾਂ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਦਰਸ਼ਨ ਕਰਨ ਆ ਰਿਹਾ। ਕੀ ਲੈ ਕੇ ਆਇਆ? ਗੁਰੂ ਸਾਹਿਬ ਵਾਸਤੇ ਪ੍ਰਸਾਦੀ ਹਾਥੀ ਲੈ ਕੇ ਆਇਆ। ਉਹ ਹਾਥੀ ਦੇ ਉੱਪਰ ਕਿੰਨੀ ਕਿਰਪਾ ਸੀ ਪ੍ਰਮਾਤਮਾ ਦੀ। ਗੁਰੂ ਸਾਹਿਬ ਮਹਾਰਾਜ ਜਿਸ ਵੇਲੇ ਤਿਆਰ ਹੋ ਕੇ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਸਨ, ਫੁੱਲਾਂ ਦਾ ਇੱਕ ਹਾਰ ਲੈ ਕੇ ਸੁੰਡ ਦੇ ਨਾਲ ਖੜਾ ਰਹਿੰਦਾ ਸੀ ਤੇ ਗੁਰੂ ਸਾਹਿਬ ਜੀ ਦੇ ਗਲ ਵਿੱਚ ਪਾਉਂਦਾ ਸੀ ਕਲਗੀਧਰ ਪਾਤਸ਼ਾਹ। ਜਦੋਂ ਸਤਿਗੁਰੂ ਜੀ ਨੇ ਤਖਤ ਤੇ ਬਿਰਾਜਮਾਨ ਹੋ ਜਾਣਾ, ਆਪਣੀ ਸੁੰਡ ਵਿੱਚ ਪਾਣੀ ਭਰ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਉਸਨੇ ਧੋਣਾ, ਫਿਰ ਕੱਪੜਾ ਲਿਆ ਕੇ ਸਤਿਗੁਰੂ ਜੀ ਦੇ ਚਰਨਾਂ ਨੂੰ ਪੂੰਝਣਾ। ਸਤਿਗੁਰੂ ਨੇ ਤੀਰ ਚਲਾਉਣਾ ਤੇ ਤੀਰ ਚੁੱਕ ਕੇ ਲਿਆਉਣੇ। ਬੜੀ ਉਹਦੀ ਖਾਸੀਅਤ ਸੀ। ਹੈ ਕਾਲੇ ਰੰਗ ਦਾ ਸੀ, ਪਰ ਸੁੰਡ ਤੋਂ ਲੈ ਕੇ ਪੂੰਛ ਤੱਕ ਇੱਕ ਚਿੱਟੀ ਧਾਰੀ ਸੀ। ਇਤਿਹਾਸਕਾਰ ਲਿਖਦੇ ਆ ਪ੍ਰਸਾਦੀ ਹਾਥੀ ਉਹਨੂੰ ਕਿਹਾ ਗਿਆ। ਹੁਣ ਸਾਡੇ ਅੰਦਰ ਹੋਏਗਾ ਵੀ ਸ਼ਾਇਦ ਗੁਰੂ ਗੋਬਿੰਦ ਸਿੰਘ ਸਿੱਖਾਂ ਦਾ ਹੀ ਗੁਰੂ ਹੈ, ਇੱਥੇ ਤੱਕ ਅਸੀਂ ਸੀਮਤ ਕਰ ਲਿਆ ਗੁਰੂ ਗੋਬਿੰਦ ਸਿੰਘ। ਬਾਣੀ ਦੇ ਵਿੱਚ ਪੜ੍ਹਦੇ ਆ ਨਾ, ਕਿਸੇ ਨੂੰ ਭੁਲੇਖਾ ਵੀ ਹੋ ਸਕਦਾ ਵੀ ਪਸ਼ੂ ਕਿੱਦਾਂ ਕਰ ਸਕਦਾ। ਬਾਣੀ ਪੜ੍ਹਦੇ ਆ ਨਾ ਗੁਰੂ ਸਾਹਿਬ ਦੀ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰ। ਇੱਕ ਹੋਰ ਬਚਨ ਆਪ ਜੀ ਦੇ ਸਾਹਮਣੇ ਰੱਖਾਂ ਅੰਮ੍ਰਿਤ ਬਾਣੀ ਦਾ। ਸਤਿਗੁਰ ਕਹਿੰਦੇ, ਗੁਰ ਜੈਸਾ ਨਾਹੀ ਕੋ ਦੇਵ
ਅੱਗੇ ਹੈ ਜਿਸ, ਜਿਸ ਦੇ ਉੱਪਰ ਥੋੜਾ ਜ਼ੋਰ ਦੇ ਦਿਓ। ਜਿਸ ਸਿੱਖ ਦੀ ਗੱਲ ਨਹੀਂ ਹੈ, ਜਿਸ ਮਸਤਕ ਭਾਗ ਸੋ ਲਾਗਾ ਸੇ। ਭਾਵੇਂ ਕੋਈ ਹਾਥੀ ਹੋਵੇ, ਕੀ ਪਤਾ ਕਿਹੜੇ ਕਰਮਾਂ ਦੇ ਕਰਕੇ ਗੁਰੂ ਸਾਹਿਬ ਦੀ ਸੇਵਾ ਕਰ। ਇੱਕ ਉਸਨੇ 5 ਕਲਾ ਸ਼ਸਤਰ ਭੇਟਾ ਕੀਤਾ ਗੁਰੂ ਸਾਹਿਬ ਜੀ। ਉਸ ਨੂੰ ਉਹਦਾ ਬਟਨ ਦਬਾਉਂਦੇ ਸੀ, ਪਿਸਤੌਲ ਬਣ ਜਾਂਦੇ ਸੀ। ਬਟਨ ਦਬਾਉਣਾ, ਖੰਜਰ ਬਣ ਜਾਣਾ, ਕਰਦ ਬਣ ਜਾਣੀ। ਤੇ ਜਿਸ ਵੇਲੇ ਫਿਰ ਬਟਨ ਦਬਾਉਣਾ, ਫਿਰ ਉਹ ਉਸੇ ਆਪਣਾ ਰੂਪ ਧਾਰਨ ਕਰ ਰਹੇ। ਉਹਨੂੰ ਕਹਿੰਦੇ 5 ਕਲਾ ਸ਼ਸਤਰ। ਕਾਤਰੇ ਵਾਲੀ ਕਿਰਪਾਨ ਬਣ ਜਾਂਦਾ। ਸਤਿਗੁਰੂ ਜੀ ਨੂੰ ਭੇਟਾ ਕੀਤਾ। ਸਤਿਗੁਰੂ ਦੇ ਦਰਬਾਰ ਦੀ ਰੌਣਕ, ਕਲਗੀਧਰ ਪਾਤਸ਼ਾਹ ਦੇ ਦਰਬਾਰ ਦੀ ਰੌਣਕ। ਔਰੰਗਜ਼ੇਬ ਦੇ ਜਿਹੜੇ ਉੱਪਰ ਸਿਆਮੇ ਲੱਗਦੇ ਸਨ, ਚਾਨਣੀ ਲੱਗਦੀ ਸੀ 1 ਲੱਖ ਰੁਪਏ ਦੀ ਸੀ ਉਸ ਵੇਲੇ। ਸਿੱਖਾਂ ਦੇ ਅੰਦਰ ਪਿਆਰ ਸੀ ਗੁਰੂ ਦੇ ਪ੍ਰਤੀ। 1.25 ਲੱਖ ਦੀ ਚਾਨਣੀ ਜਿਹੜੀ ਹੈ ਉਹ ਗੁਰੂ ਸਾਹਿਬ ਜੀ ਦੇ ਉੱਪਰ ਲਾਉਂਦੇ ਸੀ, ਕਲਗੀਧਰ ਪਾਤਸ਼ਾਹ ਦੇ। 1.25 ਲੱਖ ਦੀ ਚਾਨਣੀ। ਤੇ ਹੁਣ ਆਲੇ ਦੁਆਲੇ ਜਿਹੜੇ ਪਹਾੜੀ ਰਾਜੇ ਸਨ, ਗੁਰੂ ਘਰ ਦੀ ਸ਼ਾਨੋ ਸ਼ੌਕਤ ਦੇਖ ਕੇ ਘਬਰਾਉਂਦੇ ਕਨ ਕਿਉਂ ਸਨ ਕਿ ਅੱਜ ਗੁਰੂ ਗੋਬਿੰਦ ਸਿੰਘ ਨੇ ਇੱਥੇ ਰਾਜ ਸਥਾਪਿਤ ਕਰ ਲਿਆ, ਸਾਡਾ ਵੀ ਰਾਜ ਗੁਰੂ ਸਾਹਿਬ ਮਹਾਰਾਜ ਲੈ ਲਏਗਾ। ਫਿਰ ਔਰੰਗਜ਼ੇਬ ਦੇ ਕੰਨ ਭਰ ਦਿੱਤੇ ਵੀ ਤੇਰੇ ਰਾਜ ਨੂੰ ਵੀ ਖਤਰਾ ਹੈ, ਪਹਾੜੀ ਹਿੰਦੂ ਰਾਜਿਆਂ ਨੇ। ਇਹ ਤੇ ਹੁਣ ਕੋਈ ਧਰਮ ਦੀ ਗੱਲ ਨਹੀਂ ਹੈ, ਸਿਆਸਤ ਦੀ ਗੱਲ ਹੈ। ਸਿਆ ਦਾ ਅਰਥ ਹੁੰਦਾ ਕਾਲਾ, ਸੱਤ ਦਾ ਹੁੰਦਾ ਸੱਚ। ਇਹ ਜਿਹੜੇ ਆਗੂ ਹੁੰਦੇ ਆ ਨਾ, ਬੋਲਦੇ ਤਾਂ ਸੱਚ ਹੈ ਪਰ ਕਾਲਾ ਸੱਚ ਬੋਲਦੇ ਆ। ਇਹਨੂੰ ਕਹਿੰਦੇ ਸਿਆਸਤ। ਕਾਲਾ ਸੱਚ ਬੋਲਦੇ ਤਾਂ ਸੱਚੇ ਹੁੰਦੇ, ਲੱਗਦੇ ਬੜਾ ਜ਼ੋਰ ਜ਼ੋਰ ਦੀ ਬੋਲਦੇ। ਸਿਆਸਤ, ਉਹਨਾਂ ਨੇ ਸਿਆਸਤ ਔਰੰਗਜ਼ੇਬ ਤੱਕ ਕੀਤੀ। ਇੱਕ ਪੰਮਾ ਪ੍ਰੋਹਤ ਕਰਕੇ ਰਾਜਾ ਭੀਮ ਚੰਦ ਨੇ ਭੇਜਿਆ ਵੀ ਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਕੀ ਹੈ। ਜਿਸ ਵੇਲੇ ਪਤਾ ਲੱਗਾ ਨਾ ਇੰਨਾ ਕੁਝ ਸੰਗਤਾਂ ਲੈ ਕੇ ਆ ਰਹੀਆਂ ਹਨ, ਤੇ ਪੰਮਾ ਪ੍ਰੋਹਤ 1 ਵਾਰੀ ਆਇਆ, 2 ਵਾਰੀ ਆਇਆ, 3 ਵਾਰੀ ਆਇਆ, ਤੇ ਭੀਮ ਚੰਦ ਨੂੰ ਗੁੱਸਾ ਆ ਗਿਆ ਵੀ ਤੂੰ ਆ ਕੇ ਦੱਸਦਾ ਕਿਉਂ ਨਹੀਂ ਵੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਕੀ ਹੈ। ਤੇ ਪੰਮਾ ਪ੍ਰੋਹਤ ਕਹਿਣ ਲੱਗਾ, ਬਾਦਸ਼ਾਹ ਰਾਜਨ, ਰਾਜੇ ਹੁੰਦੇ ਕੰਨਾਂ ਦੇ ਕੱਚੇ, ਆਪਣੀ ਉਸਤਤ ਸੁਣਦੇ ਆ ਤੇ ਦੂਸਰੇ ਦੀ ਨਿੰਦਾ ਸੁਣ ਕੇ ਹੀ ਖੁਸ਼ ਹੁੰਦੇ ਆ। ਪਰ ਅੱਜ ਤੂੰ ਭਾਵੇਂ ਮੈਨੂੰ ਮਾਰ ਦੇ, ਪਰ ਮੈਂ ਸੱਚ ਬੋਲਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਕੀ ਹੈ। ਤੂੰ 7 ਵਾਰੀ ਦੁਨੀਆ ਤੋਂ ਚਲਾ ਜਾ, 7 ਵਾਰੀ ਦੁਨੀਆ ਵਿੱਚ ਜਨਮ ਲੈ ਲਾ, 7 ਵਾਰੀ ਤੂੰ ਦੁਨੀਆ ਦਾ ਬਾਦਸ਼ਾਹ ਬਣ ਜਾ, ਪਰ ਗੁਰੂ ਗੋਬਿੰਦ ਸਿੰਘ ਦੀ ਬਰਾਬਰੀ ਤੂੰ ਨਹੀਂ ਕਰ ਸਕਦਾ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਸ਼ਾਨੋ ਸ਼ੌਕਤ ਉਹਨਾਂ ਦੀ ਸ਼ੋਭਾ ਹੈ, ਉਹ ਤੇਰੇ ਦਰਬਾਰ ਦੀ ਨਹੀਂ ਹੋ ਸਕਦੀ। ਤੇਰੇ ਦਰਬਾਰ ਦੀ ਸ਼ੋਭਾ ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਕਿਉਂਕਿ ਆਪਾਂ 10 ਗੁਰਾਂ ਦਾ ਇਤਿਹਾਸ, ਆਪਦੀ ਇਤਿਹਾਸ ਦੇ ਸਰੋਤੇ ਵੀ ਬੈਠੇ, ਪੜ੍ਹਦੇ ਵੀ ਇਤਿਹਾਸ। 9 ਗੁਰੂਆਂ ਤੱਕ ਇੰਨੇ ਐਸਾ ਨਹੀਂ ਹੋਇਆ ਕਿ ਇਤਿਹਾਸਕਾਰ ਬਹੁਤ ਰੱਖੇ ਸੀ ਗੁਰੂ ਸਾਹਿਬ ਦੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਕੋਲ 31 ਲਿਖਾਰੀ ਰੱਖੇ ਸਨ। 31 ਲਿਖਾਰੀ, 52 ਕਵੀਆਂ ਦਾ ਆਪਾਂ ਅੱਗੇ ਜ਼ਿਕਰ ਕਰਨਾ। ਹੁਣ ਕਿੰਨੀ ਵੱਡੀ ਸ਼ਾਨੋ ਸ਼ੌਕਤ ਹੋਏਗੀ ਗੁਰੂ ਦੇ ਦਰਬਾਰ। ਤੇ ਜਿਸ ਵੇਲੇ ਇੱਕ ਰਾਜਾ ਆਪਣੇ ਰਾਜ ਨੂੰ ਵਧਾਉਂਦਾ ਹੈ, ਤੇ ਗੁਰੂ ਸਾਹਿਬ ਮਹਾਰਾਜ ਨੇ ਪ੍ਰਮਾਤਮਾ ਦੇ ਰਾਜ ਨੂੰ ਵਧਾਇਆ। ਕੀ ਕਰਦੇ ਸਨ ਉਹ ਲਿਖਾਰੀ ਜਿਹੜੇ ਸਨ ਜਾਂ ਕਵੀ ਸਨ, ਰਾਤ ਨੂੰ ਜਾਣਾ, ਭੇਸ ਬਦਲ ਕੇ ਜਾਣਾ, ਉਹਨਾਂ ਦੇ ਸਿਰਹਾਣੇ ਥੱਲੇ ਸੋਨੇ ਦੀਆਂ 5-5 ਮੋਹਰਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੱਖ ਕੇ ਆ ਜਾਂਦੇ। ਇੱਕ ਦਿਨ ਇੱਕ ਕਵੀ ਨੇ ਬੜੀ ਸੋਹਣੀ ਕਵਿਤਾ ਸੁਣਾਈ, ਗੁਰੂ ਸਾਹਿਬ ਮਹਾਰਾਜ ਜੀ ਨੂੰ ਪ੍ਰਸੰਨ ਕੀਤਾ, ਤੇ ਸਤਿਗੁਰੂ ਮਹਾਰਾਜ ਨੇ ਬੜਾ ਖਜ਼ਾਨਾ ਦਿੱਤਾ ਉਸ ਨੂੰ। ਕਹਿੰਦੇ ਜੋ ਚਾਹੀਦਾ ਤੂੰ ਲੈ ਜਾ, ਭੰਡਾਰ ਖੋਲ ਦੇ। ਤੇ ਜਦੋਂ ਉਹਨੇ ਆਪਣੀ ਮਰਜ਼ੀ ਨਾਲ ਸਭ ਕੁਝ ਇਕੱਠਾ ਕੀਤਾ ਤੇ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਕਹਿਣ ਲੱਗਾ ਸਤਿਗੁਰੂ ਦੀ ਇਹਨਾਂ ਇਕੱਠਾ ਤਾਂ ਕਰਦੇ, ਲੈ ਕੇ ਕਿੱਦਾਂ ਜਾਵਾਂ। ਹੁਕਮ ਕੀਤਾ, ਕਹਿੰਦੇ ਇਹਨੂੰ ਬਿਠਾਓ ਹਾਥੀ ਦੇ ਉੱਪਰ, 10 ਘੋੜੇ ਦੇ ਦਿਓ, ਸਾਰਾ ਖਜ਼ਾਨਾ ਇਹਦੇ ਘਰ ਤੱਕ ਛੱਡ ਕੇ ਆਓ, 20 ਸਿੰਘ ਨਾਲ ਜਾਓ। ਜਿਸ ਵੇਲੇ ਹੰਸਰਾਜ ਆਪਣੇ ਘਰ ਨੂੰ ਜਾ ਰਿਹਾ ਤੇ ਅੱਗੇ ਪਹਾੜੀ ਰਾਜੇ ਨੇ ਘੇਰਾ ਪਾਲਿਆ ਵੀ ਗੁਰੂ ਗੋਬਿੰਦ ਸਿੰਘ ਆ ਗਿਆ। ਕਹਿੰਦੇ ਜੀ ਘੇਰ ਲਓ, ਅੱਜ ਗੁਰੂ ਗੋਬਿੰਦ ਸਿੰਘ ਦੇ ਨਾਲ ਸਿੱਖ ਬਹੁਤ ਘੱਟ ਹੈ। ਕਹਿੰਦੇ ਹੱਥ ਖੜੇ ਕਰ ਦੋ। ਹੰਸਰਾਜ ਦਾ ਹਾਥੀ ਤੇ ਖੜ ਗਿਆ, ਕਹਿੰਦਾ ਮੈਂ ਕਵੀ ਆ, ਗੁਰੂ ਘਰ ਦਾ ਮੰਗਤਾ ਹਾਂ, ਤੇ ਗੁਰੂ ਗੋਬਿੰਦ ਸਿੰਘ ਇੱਥੇ ਨਹੀਂ ਹੈ। ਉਹਨਾਂ ਦੇ ਵੀ ਹੱਥ ਜੁੜ ਗਏ ਵੀ ਜੇ ਮੰਗਤਿਆਂ ਦੀ ਹਾਲਤ ਇਹ ਆ ਤੇ ਗੁਰੂ ਦੀ ਸ਼ਾਨੋ ਸ਼ੌਕਤ ਕੀ ਹੋਵੇ। ਜਿਹੜੇ ਜਿਸ ਵੇਲੇ ਸੁਣਦੇ ਸਨ ਸੋਭਾ। ਮੈਂ ਇੱਕ ਗੱਲ ਕਰਕੇ ਸਮਾਪਤੀ ਕਰ ਰਿਹਾ। ਭਾਈ ਨੰਦ ਲਾਲ ਸਿੰਘ ਜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਵਿਦਵਾਨ ਹਨ।
ਬਹਾਦਰ ਸ਼ਾਹ ਨੂੰ ਉਹਦੇ ਪੁੱਤਰ ਸ਼ਾਹਜਹਾਨ ਦੇ ਪੁੱਤਰ ਨੂੰ ਪੜ੍ਹਾਉਂਦੇ ਹਨ। ਬਹਾਦਰ ਸ਼ਾਹ ਇੱਕ ਦਿਨ ਇੱਕ ਆਇਤ ਦੇ ਅਰਥ ਨਹੀਂ ਹੋ ਰਹੇ ਕੁਰਾਨ ਦੀ ਆਇਤ ਦੇ, ਤੇ ਬਹਾਦਰ ਸ਼ਾਹ ਨੇ ਆਨੰਦ ਲਾਲ ਜੀ ਨੂੰ ਆਖਿਆ, ਆਨੰਦ ਲਾਲ ਜੀ ਨੇ ਅਰਥ ਕਰ ਦਿੱਤੇ, ਬਹਾਦਰ ਸ਼ਾਹ ਨੇ ਜਾ ਕੇ ਸੁਣਾ ਦਿੱਤੇ। ਤੇ ਔਰੰਗਜ਼ੇਬ ਸੋਚਦਾ ਵੀ ਤੇਰੀ ਲਿਆਕਤ ਤਾਂ ਇੰਨੀ ਹੈ ਨਹੀਂ, ਕਿੱਥੋਂ ਸਿੱਖਿਆ ਤੂੰ ਅਰਥ? ਉਹ ਕਹਿੰਦਾ ਵੀ ਆਨੰਦ ਲਾਲ ਸਿੰਘ ਤੋਂ ਸਿੱਖਿਆ। ਕੋਈ ਹਿੰਦੂ ਹੈ, ਉਹਨੂੰ ਤਾਂ ਇਸਲਾਮ ਦੇ ਵਿੱਚ ਲੈ ਕੇ ਆਓ। ਫਿਰ ਭਾਈ ਆਨੰਦ ਲਾਲ ਸਿੰਘ ਨੂੰ ਪਤਾ ਲੱਗਾ ਸੀ ਵੀ ਕਦਰਦਾਨ ਕੋਈ ਵਿਦਵਾਨਾਂ ਦਾ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਚਲਾ ਗਿਆ। ਪਹਿਲੇ ਦਿਨ ਗਏ, ਪਹਿਲੇ ਦਿਨ ਕਹਿੰਦੇ ਮੈਂ ਬਹੁਤ ਵੱਡਾ ਅਰਬੀ ਫਾਰਸੀ ਸੰਸਕ੍ਰਿਤ ਦਾ ਵਿਦਵਾਨ ਹਾਂ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੰਨੀ ਗੱਲ ਕਹੀ ਸੀ, ਕਹਿਣ ਲੱਗੇ ਮੈਂ ਸੋਚਿਆ ਸੀ ਕਿ ਆਨੰਦ ਲਾਲ ਤਾਂ ਬਹੁਤ ਵੱਡਾ ਵਿਦਵਾਨ ਹੈ, ਪਰ ਬਦਬੂ ਆ ਰਹੀ ਹੈ। ਤੇ ਗੁਰੂ ਸਾਹਿਬ ਮਹਾਰਾਜ ਬਦਬੂ ਕਿੱਦਾਂ ਖਤਮ ਹੋਏਗੀ? ਕਹਿਣ ਲੱਗੇ ਉਹ ਲੰਗਰ ਦੇ ਝੂਠੇ ਭਾਂਡੇ ਮਾਂਜਿਆ ਕਰ। ਐਡਾ ਵੱਡਾ ਵਿਦਵਾਨ ਲੰਗਰ ਚਲਾਉਣ ਸ਼ੁਰੂ ਕਰ ਦਿੱਤਾ, ਲੰਗਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਤੇ ਕੀ ਕਰਦਾ ਹੈ ਭਾਈ ਆਨੰਦ ਲਾਲ, ਕੀ ਕਰਦਾ ਹੈ? ਕਿੰਨੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਕਿੱਡੀ ਵੱਡੀ ਬਖਸ਼ਿਸ਼ ਕੀਤੀ। ਤੇ ਜਿਸ ਵੇਲੇ ਲਿਖਦੇ ਹਨ ਹੁਣੇ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾਇਆ ਸੀ, ਭਾਈ ਆਨੰਦ ਲਾਲ ਸਿੰਘ ਦੀ ਰਚਨਾ ਹੈ। ਕਹਿੰਦੇ ਲਾਲ ਸਤ ਗੁਲਾਮ ਗੁਰ ਗੋਬਿੰਦ ਸਿੰਘ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਕਰ ਹਾਂ। ਫਿਰ ਬਹਾਦਰ ਸ਼ਾਹ ਇੱਧਰ ਤਖਤ ਤੇ ਜਦੋਂ ਬੈਠਾ ਸੀ ਨਾ, ਉਹਦੇ ਆ ਕੇ ਮੁਲਾਕਾਤ ਹੋਈ ਸੀ ਇੱਕ ਵਾਰੀ ਭਾਈ ਆਨੰਦ ਲਾਲ ਸਿੰਘ, ਔਰੰਗਜ਼ੇਬ ਤੋਂ ਬਾਅਦ ਉਹ ਬੈਠਾ। ਉਹਨੇ ਆਨੰਦ ਲਾਲ ਨੂੰ ਆਖਿਆ ਸੀ, ਕਹਿਣ ਲੱਗਾ ਸਾਡੇ ਦਰਬਾਰ ਵਿੱਚ ਕੀ ਕਮੀ ਸੀ? ਵਧੀਆ ਖੁਰਾਕਾਂ ਵਧੀਆ ਪੋਸ਼ਾਕਾਂ ਦਿੱਤੀਆਂ ਜਾਂਦੀਆਂ ਸੀ, ਤੁਹਾਡੇ ਦਰਬਾਰ ਦੇ ਵਿੱਚ ਕੀ ਕਮੀ ਸੀ? ਸਾਡੇ ਦਰਬਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਕੀ ਦਿੱਤਾ? ਆ ਜਿਹੜੇ ਕੱਪੜੇ ਪਾਏ ਆ ਉਸ ਕੱਪੜਿਆਂ ਨੂੰ ਵੀ ਦਾਲ ਲੱਗੀ ਹੋਈ ਹੈ, ਲੰਗਰ ਦੀ ਸੇਵਾ ਕਰਦੇ ਸੀ। ਗੁਰੂ ਗੋਬਿੰਦ ਸਿੰਘ ਨੇ ਤੈਨੂੰ ਕੀ ਦਿੱਤਾ ਹੈ? ਸਾਡੇ ਦਰਬਾਰ ਦੇ ਵਿੱਚ ਕੀ ਕਮੀ ਹੈ? ਉਹ ਕਹਿਣ ਲੱਗਾ ਤੁਹਾਡਾ ਦਰਬਾਰ ਤੁਹਾਨੂੰ ਮੁਬਾਰਕ ਹੈ, ਜੋ ਗੁਰੂ ਗੋਬਿੰਦ ਸਿੰਘ ਦੇ ਕੋਲ ਹੈ ਨਾ ਉਹ ਤੁਹਾਡੇ ਕੋਲ ਨਹੀਂ ਹੈ। ਉਹ ਕਹਿਣ ਲੱਗਾ ਤੈਨੂੰ ਕੀ ਮਿਲ ਗਿਆ ਗੁਰੂ ਗੋਬਿੰਦ ਸਿੰਘ ਦੇ ਕੋਲੋਂ? ਉਹ ਕਹਿਣ ਲੱਗਾ ਭਾਈ ਆਨੰਦ ਲਾਲ, ਕਹਿੰਦੇ ਜਦੋਂ ਗੁਰੂ ਗੋਬਿੰਦ ਸਿੰਘ ਤਰੁੱਠਦਾ ਹੈ, ਜਦੋਂ ਗੁਰੂ ਗੋਬਿੰਦ ਸਿੰਘ ਕਿਸੇ ਸਿੱਖ ਦੇ ਉੱਪਰ ਪ੍ਰਸੰਨ ਹੁੰਦਾ ਹੈ, ਉਹਨੂੰ ਅੰਮ੍ਰਿਤ ਦੀ ਦਾਤ ਦੇ ਦਿੰਦਾ ਹੈ। ਮੈਨੂੰ ਅੰਮ੍ਰਿਤ ਦੀ ਦਾਤ ਮਿਲ ਗਈ ਹੈ, ਅੱਜ ਮੈਂ ਆਨੰਦ ਲਾਲ ਤੋਂ ਆਨੰਦ ਲਾਲ ਸਿੰਘ ਬਣ ਗਿਆ। ਲੰਗਰ ਦੀ ਸੇਵਾ ਕਰਦੇ ਆ। ਜਿਸ ਵੇਲੇ ਆਪ ਲੈ ਕੇ ਜਾਂਦੇ ਗੁਰੂ ਸਾਹਿਬ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ, ਗੁਰੂ ਸਾਹਿਬ ਜੀ ਲੰਗਰ ਤਿਆਰ ਹੈ, ਕਹਿੰਦੇ 7 ਵਜੇ ਕੋਲ ਬੈਠ ਗਏ। ਅੱਜ ਗੁਰੂ ਸਾਹਿਬ ਜੀ ਨੇ ਕੀ ਕੀਤਾ? ਅੱਧਾ ਕੁ ਪ੍ਰਸ਼ਾਦਾ ਤੋੜ ਕੇ ਗੁਰੂ ਸਾਹਿਬ ਮਹਾਰਾਜ ਜੀ ਨੇ ਉੱਥੇ ਬੈਠਾ ਸੀ ਇੱਕ ਕੁੱਕਰ, ਉਸ ਕੁੱਕਰ ਨੂੰ ਪਾ ਦਿੱਤਾ, ਉਸ ਕੁੱਤੇ ਨੂੰ ਪਾ ਦਿੱਤਾ। ਦੂਸਰਾ ਦਿਨ ਹੋਇਆ, ਅੱਜ ਭਾਈ ਆਨੰਦ ਲਾਲ ਪ੍ਰਸ਼ਾਦਾ ਲੈ ਕੇ ਨਹੀਂ ਗਿਆ, ਸਿੱਖ ਨੂੰ ਭੇਜ ਦਿੱਤਾ। ਸਿੱਖ ਪ੍ਰਸ਼ਾਦਾ ਲੈ ਕੇ ਗਿਆ ਤੇ ਗੁਰੂ ਸਾਹਿਬ ਨੇ ਪੁੱਛ ਲਿਆ, ਕਹਿੰਦੇ ਅੱਜ ਆਨੰਦ ਲਾਲ ਕਿਉਂ ਨਹੀਂ ਆਇਆ? ਕਹਿਣ ਲੱਗੇ ਸਤਿਗੁਰੂ ਮਹਾਰਾਜ ਪਤਾ ਨਹੀਂ ਸੇਵਾ ਵਿੱਚ ਲੱਗੇ ਹੋਣਗੇ, ਮੈਨੂੰ ਕਹਿ ਦਿੱਤਾ ਸੀ ਵੀ ਤੇਰੀ ਸੇਵਾ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਸਤੇ ਪ੍ਰਸ਼ਾਦਾ ਤੁਸੀਂ ਲੈ ਕੇ ਜਾਣਾ। ਤੇ ਗੁਰੂ ਸਾਹਿਬ ਮਹਾਰਾਜ ਪ੍ਰਸ਼ਾਦਾ ਛਕਣ ਲੱਗ ਗਏ ਤੇ ਨਿਗਾਹ ਪਈ ਤੇ ਆਨੰਦ ਲਾਲ ਉਦਾਂ ਬੈਠਾ ਸੀ ਜਿੱਦਾਂ ਕੱਲ ਉੱਥੇ ਕੁੱਕਰ ਬੈਠਾ ਸੀ, ਜਿੱਦਾਂ ਕੁੱਤਾ ਬੈਠਾ ਸੀ। ਸਤਿਗੁਰੂ ਨੇ ਪ੍ਰਸ਼ਾਦਾ ਛਕ ਲਿਆ, ਰੋਣ ਲੱਗ ਗਿਆ, ਕਹਿਣ ਲੱਗਾ ਸਤਿਗੁਰੂ ਮਹਾਰਾਜ ਮੇਰੇ ਜੀਵਨ ਦੇ ਵਿੱਚ ਕਿਹੜੇ ਪਾਪ ਹਨ, ਤੁਸੀਂ ਪਾਪ ਕੱਢ ਦਿਓ, ਮੇਰੇ ਨਾਲੋਂ ਤਾਂ ਕੁੱਕਰ ਚੰਗਾ ਸੀ ਜਿਹਨਾਂ ਨੂੰ ਤੁਸੀਂ ਪ੍ਰਸ਼ਾਦਾ। ਲਾਲ ਸਤ ਗੁਲਾਮ ਗੁਰੂ ਗੋਬਿੰਦ ਸਿੰਘ, ਤੇਰੇ ਦਰ ਦਾ ਮੈਂ ਕੁੱਕਰ ਹਾਂ, ਤੇਰੇ ਦਰ ਦਾ ਮੈਂ ਬਹੁਤ ਅਦਨਾ ਜਿਹਾ ਸੇਵਕ ਹਾਂ। ਗੁਰੂ ਸਾਹਿਬ ਮਹਾਰਾਜ ਕਹਿਣ ਲੱਗਾ, ਬਹਾਦਰ ਸ਼ਾਹ ਨੂੰ ਆਖਿਆ ਸੀ ਆਨੰਦ ਲਾਲ ਨੇ, ਕਹਿਣ ਲੱਗਾ ਮੈਨੂੰ ਉਹਨੇ ਆਪਣਾ ਸਿੱਖ ਨਹੀਂ ਬਣਾਇਆ। ਗੁਰੂ ਸਾਹਿਬ ਨੇ ਕਿਸੇ ਦਾ ਧਰਮ ਪਰਿਵਰਤਨ ਨਹੀਂ ਕੀਤਾ 42 ਸਾਲ ਦੇ ਵਿੱਚ। ਕਹਿਣ ਲੱਗੇ ਗੁਰੂ ਸਾਹਿਬ ਨੇ ਸਿੱਖ ਨਹੀਂ ਬਣਾਇਆ, ਮੈਨੂੰ ਆਪਣੇ ਦਰ ਦਾ ਕੁੱਕਰ ਬਣਾ ਲਿਆ ਹੈ। ਸੁਆਮੀ ਕੋ ਗ੍ਰਹਿ ਜੋ ਸਦਾ ਸੁਆਣ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ। ਅਸੀਂ ਨਹੀਂ ਦੇਣ ਦੇ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਕਿਹੜੀਆਂ ਕਿਹੜੀਆਂ ਵਡਿਆਈਆਂ ਸਤਿਗੁਰ ਦੀਆਂ ਬਿਆਨ ਕਰ ਸਕੇ। ਐਡੇ ਐਡੇ ਦੁਨੀਆ ਦੇ ਵਿਦਵਾਨ, ਮੈਂ ਕਦੇ ਨਾ ਆਪਣੇ ਮਨ ਦੇ ਵਿੱਚ ਝਾਤ ਮਾਰਦਾ ਹੁੰਦਾ, ਕਿਤੇ ਜਾਓ ਨਾ ਬਾਹਰ ਬੜਾ ਬੋਲਣਗੇ ਜੀ ਵਿਦਵਾਨ ਫਲਾਣਾ, ਤੇ ਅੰਦਰੋਂ ਜਦੋਂ ਦੇਖੀਏ ਮਨ ਜੁੱਤੀਆਂ ਮਾਰਦਾ। ਅਸੀਂ ਕਿੱਥੇ ਖੜੇ ਹਾਂ? ਸਾਨੂੰ ਤਾਂ ਜਪਜੀ ਸਾਹਿਬ ਵੀ ਸ਼ੁੱਧ ਨਹੀਂ ਪੜਨਾ ਹੁੰਦਾ। ਕਿੱਥੇ ਐਡਾ ਦੁਨੀਆ ਦਾ ਮੰਨਿਆ ਪਰਵੰਨਿਆ, ਜਿਹਦੀਆਂ
ਲਿਖਤਾਂ ਨੂੰ ਅੱਜ ਦਰਬਾਰ ਸਾਹਿਬ ਦੇ ਵਿੱਚ ਵੀ ਗਾਇਆ ਜਾਂਦਾ ਹੈ, ਗਾਇਆ ਜਾਂਦਾ ਹੈ। ਅੱਜ ਕਿਤੇ ਜਾਓ ਨਾ, ਲੋ ਜੀ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਨਾਮ ਲੈ ਦੋ, ਮੈਨੂੰ ਤਾਂ ਬੜਾ ਸੋਹਣਾ ਲੱਗਦਾ। ਗਿਆਨੀ ਕਾ ਤਾਂ ਮੈਨੂੰ ਥੋੜਾ ਗੁੱਸਾ ਵੀ ਆਉਂਦਾ ਹੈ। ਕੋਈ ਰਾਣਾ ਕਹਿ ਦੇਵੇ ਤਾਂ ਚੰਗੀ ਲੱਗਦਾ ਹੈ, ਜਸਵੀਰ ਸਿੰਘ ਕਹਿ ਦੇਵੇ ਚੰਗਾ ਲੱਗਦਾ, ਕਿਉਂਕਿ ਹਲੇ ਤਾਂ ਅਸੀਂ ਅੱਜ ਸਾਨੂੰ ਤਾਂ ਜਪਜੀ ਸਾਹਿਬ ਸ਼ੁੱਧ ਨਹੀਂ ਪੜ੍ਹਨਾ ਹੁੰਦਾ। ਅਸੀਂ ਪੰਥ ਦੇ ਵਾਸਤੇ ਕੀ ਵਫਾਦਾਰੀ ਕਰ ਰਹੇ ਹਾਂ, ਕਦੇ ਸੋਚਦੇ ਮਨ ਵਿੱਚ ਕੀ ਅਸੀਂ ਕਰ ਰਹੇ ਹਾਂ ਪੰਥ ਦੇ ਵਾਸਤੇ। ਕਿ ਉਹ ਜਿਸ ਵੇਲੇ ਉਹਨਾਂ ਦਾ ਜੀਵਨ ਦੇਖਦੇ ਆ, ਉਹਨਾਂ ਵਿਦਵਾਨਾਂ ਦਾ ਜੀਵਨ ਦੇਖਦੇ ਆ ਜਿਨ੍ਹਾਂ ਨੇ ਆਪਣਾ ਸਭ ਕੁਝ ਗੁਰੂ ਸਾਹਿਬ ਦੇ ਚਰਨਾਂ ਤੋਂ ਨਿਸ਼ਾਵਰ ਕਰ ਲਿਆ, ਅਸੀਂ ਤਾਂ ਉਹਨਾਂ ਦੀ ਚਰਨ ਧੂੜ ਦੇ ਬਰਾਬਰ ਵੀ ਨਹੀਂ। ਤੇ ਅਰਦਾਸ ਕਰਨੀ ਕਿ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਕਿਤੇ ਸਾਨੂੰ ਵੀ ਉਹ ਟੁਕੜਾ ਮਿਲ ਜਾਏ, ਸਾਡੇ ਉੱਪਰ ਵੀ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰ ਦੇਣ, ਅਸੀਂ ਉਹਦੇ ਵਡਿਆਈਆਂ ਨੂੰ ਬਿਆਨ ਕਰ ਸਕੀਏ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀਆਂ ਖਿਮਾ ਬਖਸ਼ਿਸ਼ ਕਰਨੀ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਫਤਿਹ ਬਖਸ਼ਿਸ਼ ਕੀਤੀ ਹੈ। ਫਤਿਹ ਜਿਹੜੀ ਹੈ, ਜੇ ਸੰਗਤ ਬਹੁਤ ਬੈਠੀ ਹੈ, ਫਤਿਹ ਦਾ ਜਵਾਬ ਤੁਸੀਂ ਜ਼ਰੂਰ ਦੇਣਾ। ਗੁਰੂ ਸਾਹਿਬ ਜੀ ਨੇ ਨਗਾਰਾ ਬਣਾਇਆ ਤੇ ਉਹਦਾ ਨਾਮ ਵੀ ਰਣਜੀਤ ਰੱਖਿਆ। ਸਿੱਖ ਨੂੰ ਹਾਰ ਦੇ ਨਾਲ ਨਹੀਂ, ਸਿੱਖ ਅੱਜ ਵੀ ਬੈਠੇ ਆ ਬਾਰਡਰਾਂ ਦੇ ਉੱਪਰ, ਸਿੱਖ ਅੱਜ ਵੀ ਬਾਰਡਰਾਂ ਦੇ ਉੱਪਰ ਬੈਠੇ ਆ। ਹਾਰ ਨਹੀਂ ਮੰਨੇਗਾ ਸਿੱਖ, ਸਿੱਖ ਜਿੱਤ ਕੇ ਜਾਏਗਾ। ਨਿਸ਼ਚੈ ਕਰ ਆਪਣੀ ਜੀਤ ਕਰੋ। ਜੇ ਆਪਣੇ ਪੁੱਤਰ ਦਾ ਨਾਮ ਰੱਖਿਆ, ਅਜੀਤ ਸਿੰਘ ਰੱਖਿਆ, ਇਹਨੂੰ ਦੁਨੀਆ ਵੀ ਨਹੀਂ ਜਿੱਤ ਸਕਦੀ, ਇਹਨੂੰ ਦੁਸ਼ਮਣ ਵੀ ਨਹੀਂ ਜਿੱਤ ਸਕਦੀ। 10 ਲੱਖ ਦੀ ਫੌਜ ਜੇ ਤੁਹਾਨੂੰ ਫਤਿਹ ਦਿੱਤੀ ਹੈ, ਉਹਦੇ ਵਿੱਚ ਵੀ ਜਿੱਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਬਹੁਤ ਵੱਡੀ ਸਾਨੂੰ ਕਿਰਪਾ ਕਰ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੈ। ਜਿਸ ਵੇਲੇ ਅੰਮ੍ਰਿਤ ਛਕਾਇਆ ਜਾਂਦਾ, 5 ਪਿਆਰੇ 5 ਛਿੱਟੇ ਅੱਖਾਂ ਦੇ ਵਿੱਚ ਪਾਉਂਦੇ ਆ, ਨੇਤਰਾਂ ਵਿੱਚ 5 ਚੂੜੇ ਛਕਾਉਂਦੇ ਆ ਤੇ 5 ਸੀਸ ਵਿੱਚ ਪਾਉਂਦੇ ਆ। ਕਿੰਨੇ ਹੋ ਗਏ? 15 ਵਾਰੀ ਹੋ ਗਏ ਨਾ। ਬੋਲੋ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ ਵਾਹਿਗੁਰੂ ਜੀ ਕਾ ਖਾਲਸਾ 15 ਵਾਰੀ ਹੋ ਗਿਆ ਨਾ। ਫਿਰ ਖੜਾ ਹੋ ਕੇ ਸਿੱਖ ਫਤਿਹ ਬੁਲਾਉਂਦਾ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ? 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜਿਆ। ਜਿੱਤ ਹੈ ਤੇ ਕਦੇ ਸੰਕੋਚ ਨਾ ਕਰਿਆ ਕਰੋ ਫਤਿਹ ਬੁਲਾਉਣ ਲਈ। ਤੇ ਜਿੰਨੇ ਵੀ ਆਪ ਜੀ ਬੈਠੇ ਹੋ, ਸਾਰੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।